ਨਾਮ ਕੇ ਧਾਰੇ ਸਗਲੇ ਜੰਤ, ਸਾਰੇ ਜੀ ਜੰਤ ਅਕਾਲ ਪੁਰਖ ਦੇ ਆਸਰੇ ਹਨ। ਸਾਰੇ ਜੀ ਜੰਤ, ਮਨੁੱਖਤਾ, ਪੇੜ ਪੌਦੇ, ਪਸ਼ੂ ਪੰਛੀ। ਮਹਾਰਾਜ ਕਹਿੰਦੇ ਜਗਤ ਦੇ ਸਾਰੇ ਭਾਗ ਹਿੱਸੇ ਵੀ ਪ੍ਰਭੂ ਦੇ ਟਿਕਾਏ ਹੋਏ ਹਨ। ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਹੁਕਮ ਸਾਰੇ ਥਾਵਾਂ 'ਤੇ ਚੱਲ ਰਿਹਾ। ਜੋ ਵੀ ਕਲਾ ਵਰਤ ਰਹੀ ਆ, ਅਕਾਲ ਪੁਰਖ ਵਾਹਿਗੁਰੂ ਦੀ ਹੀ ਕਲਾ ਵਰਤ ਰਹੀ ਹੈ। ਮਹਾਰਾਜ ਕਹਿੰਦੇ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ। ਵੇਦ ਪੁਰਾਨ ਸਿਮਰਤੀਆਂ ਪ੍ਰਭੂ ਦੇ ਆਧਾਰ 'ਤੇ ਹਨ। ਨਾਮ ਕੇ ਧਾਰੇ ਸੁਨਨ ਗਿਆਨ ਧਿਆਨ। ਨਾਮ ਕੇ ਧਾਰੇ ਆਗਾਸ ਪਤਾਲ। ਗਿਆਨ ਦੀਆਂ ਗੱਲਾਂ ਸੁਣਨਾ ਤੇ ਸੁਰਤ ਜੋੜਨੀ ਵੀ ਅਕਾਲ ਪੁਰਖ ਦੇ ਆਸਰੇ ਹੀ ਹੈ। ਨਾਮ ਕੇ ਧਾਰੇ ਆਗਾਸ ਪਤਾਲ। ਸਾਰੇ ਆਕਾਸ਼ ਪਤਾਲ ਪ੍ਰਭੂ ਆਸਰੇ ਹਨ। ਹੋਰ ਕੋਈ ਵੀ ਪਾਵਰ ਉਹਦੇ ਬਰਾਬਰ ਦੀ ਨਹੀਂ ਹੈ ਜੋ ਉਹਦੇ ਵਰਗਾ ਕੰਮ ਕਰ ਸਕੇ। ਅਕਾਲ ਪੁਰਖ ਵਾਹਿਗੁਰੂ ਦੇ ਬਰਾਬਰ ਦੀ ਕੋਈ ਹੋਰ ਸ਼ੈ ਨਹੀਂ ਹੈ। ਇੱਕੋ ਇੱਕ ਹੀ ਅਕਾਲ ਪੁਰਖ ਵਾਹਿਗੁਰੂ ਆ, ਜਿਹਦੇ ਹੁਕਮ ਅੰਦਰ, ਜਿਹਦੇ ਨਾਮ ਦੇ ਆਸਰੇ ਸਾਰਾ ਸ੍ਰਿਸ਼ਟੀ ਦਾ ਸਿਸਟਮ ਟਿਕਿਆ ਹੋਇਆ ਤੇ ਚੱਲ ਰਿਹਾ ਹੈ। ਨਾਮ ਕੇ ਧਾਰੇ ਸਗਲ ਆਕਾਰ। ਨਾਮ ਕੇ ਧਾਰੇ ਪੂਰੀਆ ਸਭ ਭਵਨ। ਸਾਰੇ ਸਰੀਰ ਹੀ ਪ੍ਰਭੂ ਦੇ ਆਸਰੇ ਤੇ ਹਨ ਤੇ ਤਿੰਨੇ ਭਵਨ ਤੇ 14 ਲੋਕ ਅਕਾਲ ਪੁਰਖ ਦੇ ਟਿਕਾਏ ਹੋਏ ਹਨ। 14 ਲੋਕ ਦੀ ਗੱਲ ਗੁਰਬਾਣੀ ਵਿੱਚ ਵੀ ਦੱਸੀ ਆ ਵੀ 14 ਲੋਕ, ਤਿੰਨੇ ਭਵਨ ਤੇ 14 ਲੋਕ ਅਕਾਲ ਪੁਰਖ ਦੇ ਟਿਕਾਏ ਹੋਏ ਹਨ। ਨਾਮ ਕੇ ਸੰਗ ਉਧਰੇ ਸੁਣ ਸਰਵਣ। ਜੀਵ ਪ੍ਰਭੂ ਵਿੱਚ ਜੁੜ ਕੇ ਤੇ ਉਸ ਦਾ ਨਾਮ ਕੰਨੀ ਸੁਣ ਕੇ ਵਿਕਾਰਾਂ ਤੋਂ ਬਚਦੇ ਹਨ। ਕਰ ਕਿਰਪਾ ਜਿਸ ਆਪਣੇ ਨਾਮ ਲਾਏ। ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ। ਜਿਸ ਨੂੰ ਮਿਹਰ ਕਰਕੇ ਆਪਣੇ ਨਾਮ ਵਿੱਚ ਜੋੜਦਾ ਹੈ, ਮਹਾਰਾਜ ਕਹਿੰਦੇ ਨਾਨਕ ਚੌਥੇ ਪਦ ਮੇ ਸੋ ਜਨਗਤ ਪਾਏ। ਚੌਥੇ ਪਦ ਮੇ ਮਾਇਆ ਦੇ 3 ਗੁਣਾਂ ਤੋਂ ਲੰਘ ਕੇ ਉਤਲੇ ਦਰਜੇ ਵਿੱਚ ਮਾਇਆ ਦੇ ਅਸਰ ਤੋਂ ਉੱਪਰਲੀ ਹਾਲਤ ਵਿੱਚ ਮਨੁੱਖ ਟਿਕ ਜਾਂਦਾ। ਚੌਥਾ ਪਦ ਆ ਜਿਹੜਾ ਵੀ 3 ਤ੍ਰੈਗੁਣੀ ਮਾਇਆ ਨਾ, ਮਾਇਆ ਰੂਪੀ ਤ੍ਰੈਗੁਣੀ ਦੇ ਵਿੱਚੋਂ ਨਿਕਲ ਕੇ ਇਨਸਾਨ ਭੈਣਾਂ 'ਚ ਭਾਈ ਹੈ। ਜਦੋਂ ਗੁਰੂ ਦੇ ਗਿਆਨ ਨਾਲ ਜੁੜ ਜਾਂਦਾ, ਉਹ 3 ਗੁਣਾਂ ਵਿੱਚੋਂ ਨਿਕਲ ਕੇ ਗਾਂ ਚੌਥੇ ਪਦਮੇ ਜਨ ਕੀ ਜਿੰਦ ਜਿਹਨੂੰ ਕਹਿੰਦੇ ਆ, ਗੁਰਬਾਣੀ ਵਿੱਚ ਪੰਗਤੀ ਹੈ ਵੀ ਉਹ ਚੌਥੇ ਟਿਕਾਣੇ 'ਤੇ ਜਾ ਵੜਦਾ। ਫਿਰ ਉਹ ਸਾਰੀਆਂ ਚੀਜ਼ਾਂ ਤੋਂ, ਲੋਕ ਲੱਜਾ ਤੋਂ, ਰਹੁ ਰੀਤੀਆਂ ਤੋਂ, ਰਿਵਾਜ਼ਾਂ ਤੋਂ, ਵਹਿਮਾਂ ਭਰਮਾਂ ਤੋਂ, ਸਾਰੇ ਸਿਸਟਮ ਤੋਂ ਇਹ ਤ੍ਰੈਗੁਣੀ ਮਾਇਆ ਤੋਂ ਉੱਪਰ ਉੱਠ ਕੇ ਗੁਰੂ ਦੇ ਸਿਧਾਂਤ ਨਾਲ ਜੁੜ ਜਾਂਦਾ। ਉਹਨੂੰ ਮਹਾਰਾਜ ਨੇ ਕਿਹਾ ਚੌਥੇ ਪਦਮੇ। ਅੱਗੇ ਦੱਸਦੇ ਨੇ ਸਤਿਗੁਰੂ, ਰੂਪ ਸਤ ਜਾ ਕਾ ਸਤ ਅਸਥਾਨ। ਪੁਰਖ ਸਤ ਕੇਵਲ ਪ੍ਰਧਾਨ। ਜਿਸ ਪ੍ਰਭੂ ਦਾ ਰੂਪ ਤੇ ਟਿਕਾਣਾ ਸਦਾ ਸਿਰ ਰਹਿਣ ਵਾਲੇ ਹਨ, ਕੇਵਲ ਉਹੀ ਸਰਬ ਵਿਆਪਕ ਪ੍ਰਭੂ ਸਭ ਦੇ ਸਿਰ ਤੇ ਹੈ। ਪੁਰਖ ਸਤ ਕੇਵਲ ਪ੍ਰਧਾਨ। ਅਕਾਲ ਪੁਰਖ ਵਾਹਿਗੁਰੂ ਪੁਰਖ ਹੈ, ਉਹੀ ਪ੍ਰਧਾਨ ਹੈ ਸਾਰੀ ਸ੍ਰਿਸ਼ਟੀ ਦਾ। ਕਰਤੂਤ ਸਤ ਸਤ ਜਾ ਕੀ ਬਾਣੀ। ਸਤ ਪੁਰਖ ਸਭ ਮਾਹੇ ਸਮਾਣੀ। ਜਿਸ ਸਦਾ ਅਟਲ ਅਕਾਲ ਪੁਰਖ ਦੀ ਬਾਣੀ ਸਭ ਜੀਵਾਂ ਵਿੱਚ ਰਮੀ ਹੋਈ ਹੈ,
ਮਹਾਰਾਜ ਕਹਿੰਦੇ ਸਤਿਪੁਰਖ ਸਭ ਮਾਹੇ ਸਮਾਣੀ, ਭਾਵ ਜੋ ਪ੍ਰਭੂ ਸਭ ਜੀਵਾਂ ਵਿੱਚ ਬੋਲ ਰਿਹਾ ਹੈ ਉਸ ਦੇ ਕੰਮ ਵੀ ਅਟੱਲ ਹਨ। ਸਤ ਕਰਮ ਜਾ ਕੀ ਰਚਨਾ ਸਤ, ਜਿਸ ਪ੍ਰਭੂ ਦੀ ਰਚਨਾ ਮੁਕੰਮਲ ਹੈ, ਭਾਵ ਅਧੂਰੀ ਨਹੀਂ, ਉਹਦੀ ਰਚਨਾ ਸਾਰੀ ਮੁਕੰਮਲ ਹੈ। ਮੁਕੰਮਲ ਦਾ ਮਤਲਬ ਕੰਪਲੀਟ, ਜਿਹਨੂੰ ਆਪਾਂ ਕਹਿੰਦੇ ਅੱਜ ਵਾਲੀ ਭਾਸ਼ਾ 'ਚ ਕੰਪਲੀਟ। ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਜਿਸ ਪ੍ਰਭੂ ਦੀ ਰਚਨਾ ਮੁਕੰਮਲ ਹੈ, ਭਾਵ ਅਧੂਰੀ ਨਹੀਂ ਹੈ, ਜੋ ਸਭ ਦਾ ਮੂਲ ਰੂਪ ਸਦਾ ਅਸਥਿਰ ਹੈ, ਜਿਸ ਦੀ ਪਦਾਇਸ਼ ਵੀ ਮੁਕੰਮਲ ਹੈ, ਉਸ ਦੀ ਬਖਸ਼ਿਸ਼ ਸਦਾ ਕਾਇਮ ਹੈ। ਅਗਲੇ ਬੰਦ 'ਚ ਮਹਾਰਾਜ ਦੱਸਦੇ ਨੇ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ। ਪ੍ਰਭੂ ਦੀ ਮਹਾ ਪਵਿੱਤਰ ਰਜਾ ਹੈ, ਜਿਸ ਜੀਵ ਨੂੰ ਰਜਾ ਦੀ ਸਮਝ ਦਿੰਦਾ ਹੈ ਉਸ ਨੂੰ ਉਹ ਰਜਾ ਪੂਰਨ ਤੌਰ 'ਤੇ ਸੁਖਦਾਈ ਲੱਗਦੀ ਹੈ। ਉਹ ਕਿਵੇਂ? ਪ੍ਰਭੂ ਪਰਮਾਤਮਾ ਦੀ ਰਜਾ ਜਿਹੜੀ ਵੀ ਪੂਰਨ ਤੌਰ 'ਤੇ ਸੁਖਦਾਈ ਲੱਗਦੀ ਆ, ਵੀ ਸੁੱਖਾਂ ਭਰੀ ਲੱਗਦੀ ਆ ਉਹਦੀ ਰਜਾ ਉਹਦੀ ਇਹ ਆ ਵੀ ਜਿਵੇਂ ਆਪਾਂ ਇਤਿਹਾਸ ਲਈ ਨਿਗਾਹ ਮਾਰੀਏ ਵੀ ਗੁਰੂ ਦੇ ਪਿਆਰੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਦਾ ਆਪਾਂ ਅਰਦਾਸ ਵਿੱਚ ਨਾਂ ਲੈਂਦੇ ਹਾਂ, ਹੁਣ ਵੀ ਹੈ ਇਸ ਟਾਈਮ ਵੀ, ਗੁਰਮੁਖ ਪਿਆਰੇ ਸੱਚ ਧਰਮ 'ਤੇ ਅੜਨ ਵਾਲੇ ਅਤੇ ਲੜਨ ਵਾਲੇ, ਸ਼ਹੀਦ ਹੋਣ ਵਾਲੇ ਵੀ, ਕਿਉਂਕਿ ਉਹਨਾਂ ਨੂੰ ਉਹ ਰਜਾ ਪਸੰਦ ਆ ਮਹਾਰਾਜ ਦੀ। ਵੀ ਜੇ ਚਰਖੜੀਆਂ 'ਤੇ ਚੜ੍ਹਨਾ ਤੇਰੀ ਰਜਾ ਤਾਂ ਕੋਈ ਨਹੀਂ, ਪ੍ਰਵਾਨ ਹੈ, ਕੋਈ ਗਿਲਾ ਨਹੀਂ ਗੁਰੂ ਨਾਲ ਵੀ ਮਹਾਰਾਜ ਤੇਰੇ ਸਿੱਖ ਬਣੇ ਤਾਂ ਸਾਨੂੰ ਚਰਖੜੀਆਂ 'ਤੇ ਚੜ੍ਹਨਾ ਪੈ ਗਿਆ, ਜਾਂ ਮਹਾਰਾਜ ਤੇਰਾ ਸਿੱਖ ਬਣਿਆ ਤਾਂ ਮੈਨੂੰ ਖੋਪਰ ਤੜਵਾਉਣਾ ਪੈ ਗਿਆ, ਜਾਂ ਮੈਨੂੰ ਬੰਦ ਕਟਵਾਉਣਾ ਪੈ ਗਿਆ, ਜਾਂ ਦੇਗਾਂ ਵਿੱਚ ਕੱਢਣਾ ਪੈ ਗਿਆ, ਰੂਹਾਂ ਵਿੱਚ ਸੜਨਾ ਪੈ ਗਿਆ, ਆਰਿਆਂ ਨਾਲ ਤਨ ਚਰਵਾਉਣਾ ਪੈ ਗਿਆ। ਇਹ ਗੁਰੂ ਦੀ ਰਜਾ, ਅਕਾਲ ਪੁਰਖ ਵਾਹਿਗੁਰੂ ਦੀ ਰਜਾ ਨੂੰ ਸਿਰ ਮੱਥੇ ਮੰਨ ਲਿਆ, ਸੁਖਦਾਈ ਮੰਨੀ। ਕਿਹਨੇ? ਜਿਸ ਬੁਝਾਏ ਤਿਸੇ ਸਭ ਭਲੀ। ਸਤ ਕਰਨੀ ਨਿਰਮਲ ਨਿਰਮਲੀ, ਉਹ ਆਪਾਂ ਇਤਿਹਾਸ ਵੱਲੀ ਨਿਗਾਹ ਮਾਰੀ ਆ, ਇਤਿਹਾਸ 'ਚੋਂ ਯਾਦ ਕੀਤਾ, ਉਸ ਪ੍ਰਭੂ ਪਰਮਾਤਮਾ ਦੀ ਗੁਰੂ ਦੀ ਰਜਾ ਵਿੱਚ ਰਹਿਣ ਵਾਲਿਆਂ ਦੀ ਗੱਲ ਆ, ਇਹ ਉਹਨਾਂ ਦਾ ਇਤਿਹਾਸ ਰਚਿਆ ਹੋਇਆ। ਹੁਣ ਆਪਣਾ ਸੁਭਾਅ ਕੁਛ ਹੋਰ ਆ, ਆਪਾਂ ਜੇ ਕੋਈ ਮਾੜੀ ਜਿਹੀ ਢਿੱਲ ਮਿੱਠ ਹੋ ਜੇ ਤਾਂ ਗੁਰੂ ਨੂੰ ਲਾਂਭੇ ਦੇਣ ਲੱਗ ਜਾਂਦੇ ਆ। ਉਹ ਰਜਾ 'ਚ ਰਹਿਣਾ, ਮਹਾਰਾਜ ਕਹਿੰਦੇ ਤੇਰੀ ਕਰਨੀ ਆ ਜਿਹੜੀ ਸੱਤ ਆ ਭਗਤ ਪਿਆਰੇ, ਉਸ ਦੀ ਕਰਨੀ ਨੂੰ ਸੱਤ ਕਰਕੇ ਮੰਨਦੇ ਆ, ਭਲੀ ਕਰਕੇ ਮੰਨਦੇ ਆ, ਵੀ ਭਲਾ ਇਹਦੇ ਵਿੱਚ ਵੀ ਭਲਾ। ਜਿਸੇ ਬੁਝਾਏ ਤਿਸੇ ਸਭ ਭਲੀ, ਇਹ ਜਿਸ ਜੀਵ ਨੂੰ ਰਜਾ ਦੀ ਸਮਝ ਦਿੰਦਾ ਹੈ ਨਾ ਅਕਾਲ ਪੁਰਖ ਵਾਹਿਗੁਰੂ, ਉਸ ਨੂੰ ਉਹ ਰਜਾ ਪੂਰਨ ਤੌਰ 'ਤੇ ਸੁਖਦਾਈ ਲੱਗਦੀ ਹੈ। ਇਹ ਉਹਨਾਂ ਆਪਾਂ ਗੁਰਮੁਖ ਪਿਆਰਿਆਂ ਦੀ ਗੱਲ ਕਰੀਏ। ਅੱਗੇ ਮਹਾਰਾਜ ਕਹਿੰਦੇ ਨੇ, ਸਤਿਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਪ੍ਰਭੂ ਦਾ ਸਦਾ ਸਿਰ ਰਹਿਣ ਵਾਲਾ ਨਾਮ ਸੁਖ ਦਾਤਾ ਹੈ। ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਮਹਾਰਾਜ ਕਹਿੰਦੇ, ਹੇ ਨਾਨਕ, ਜੀਵ ਨੂੰ ਇਹ ਅਟੱਲ ਸਿਦਕ ਸਤਿਗੁਰੂ ਤੋਂ ਮਿਲਦਾ ਹੈ। ਅਟੱਲ ਦਾ ਮਤਲਬ ਪੱਕਾ, ਸਿਦਕ ਗੁਰੂ ਤੋਂ ਮਿਲਦਾ। ਜਿਵੇਂ ਆਪਾਂ ਪਹਿਲਾਂ ਗੱਲ ਕਰ ਲਈ ਗੁਰਮੁਖ ਪਿਆਰਿਆਂ ਦੀ, ਸ਼ਹੀਦ ਸਿੰਘਾਂ ਸਿੰਘਣੀਆਂ ਦੀ, ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਿਦਕੀ ਸਿੰਘਣੀਆਂ, ਜਿਹੜਾ ਅਟੱਲ ਸਿਦਕ ਦੀ ਗੱਲ ਕਰੀ ਆ ਗੁਰੂ ਮਹਾਰਾਜ ਨੇ ਇਸ ਪੰਕਤੀ 'ਚ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਇਹ ਵਿਸ਼ਵਾਸ ਗੁਰੂ ਤੋਂ ਮਿਲਿਆ।
ਇਹ ਵਿਸ਼ਵਾਸ ਗੁਰੂ ਤੋਂ ਪ੍ਰਾਪਤ ਹੋਇਆ। ਟੁਕੜੇ ਕਰਵਾ ਕਰਵਾ ਕੇ ਝੋਲੀਆਂ ਵਿੱਚ ਵੀ ਪਵਾ ਲਏ, ਗਲਾਂ ਵਿੱਚ ਹਾਰ ਵੀ ਪਵਾ ਲਏ, ਸਭਾ ਸਭਾ ਮਣ ਗਿੱਲਾ ਪੀਣ ਵੀ ਪੀਸਾ। ਹੱਥਾਂ ਨਾਲ ਚੱਕੀਆਂ ਚੱਲਦੀਆਂ ਹੁੰਦੀਆਂ ਸੀ, ਮੈਂ ਦੇਖੀਆਂ ਹੱਥਾਂ ਨਾਲ ਚੱਕੀਆਂ ਚੱਲਦੀਆਂ। ਹੁਣ ਆਪਾਂ ਨੈੱਟ 'ਤੇ ਵੇਖ ਲੈਂਦੇ ਹਾਂ। ਨੈੱਟ 'ਤੇ ਤਾਂ ਹੁਣ ਮਤਲਬ ਕੰਪਿਊਟਰ ਨਾਲ ਚਲਾਤੀਆਂ ਨਾ, ਵੀ ਆਪਣੇ ਆਪ ਘੁੰਮੀ ਜਾਂਦੀਆਂ। ਨਹੀਂ, ਉਹ ਹੱਥ ਨਾਲ ਮੈਂ ਵੀ ਦੇਖੀਆਂ, ਮਾਤਾ ਨੂੰ ਤਾਂ ਪਤਾ, ਮੈਂ ਵੀ ਚੱਕੀਆਂ ਦੇਖੀਆਂ। ਮਹਾਰਾਜ ਕਹਿੰਦੇ ਫਿਰ ਉਹਨਾਂ ਸਿੰਘਾਂ ਸਿੰਘਣੀਆਂ ਨੂੰ ਵਿਸ਼ਵਾਸ ਆ ਜਾਂਦਾ। ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਮਹਾਰਾਜ ਕਹਿੰਦੇ ਹੇ ਨਾਨਕ, ਜੀਵ ਨੂੰ ਇਹ ਅਟੱਲ ਸਿਦਕ ਸਤਿਗੁਰੂ ਤੋਂ ਮਿਲਦਾ ਹੈ। ਜਦੋਂ ਸੱਚੇ ਸਤਿਗੁਰੂ ਨਾਲ ਆਪਾਂ ਜੁੜਦੇ ਹਾਂ, ਸੱਚੇ ਸਤਿਗੁਰੂ ਦੀ ਸੰਗਤ ਕਰਦੇ ਹਾਂ, ਗੁਰੂ ਦਾ ਸਿਧਾਂਤ ਪੱਲੇ ਬੰਨ੍ਹਦੇ ਹਾਂ, ਫਿਰ ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼। ਗੁਰੂ ਦਾ ਉਪਦੇਸ਼ ਅਟੱਲ ਬਚਨ ਹਨ। ਕਿਹਦੇ ਵਾਸਤੇ? ਗੁਰਮੁਖ ਪਿਆਰਿਆਂ ਵਾਸਤੇ। ਗੁਰੂ ਵਾਸਤੇ ਅਟੱਲ ਬਚਨ ਹੈ। ਗੁਰੂ ਦੇ ਬਚਨ ਅਟੱਲ ਉਹਨਾਂ ਸਿਦਕੀ ਗੁਰਮੁਖ ਪਿਆਰਿਆਂ ਨੂੰ ਚੰਗੇ ਲੱਗਦੇ ਨੇ, ਉਹ ਸੱਚ ਕਰਕੇ ਮੰਨਦੇ ਨੇ। ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼, ਜਿਨ੍ਹਾਂ ਦੇ ਹਿਰਦੇ ਵਿੱਚ ਇਸ ਉਪਦੇਸ਼ ਦਾ ਪ੍ਰਵੇਸ਼ ਹੁੰਦਾ ਹੈ। ਪ੍ਰਵੇਸ਼ ਦਾ ਮਤਲਬ ਵਸ ਜਾਂਦਾ ਜਿਨ੍ਹਾਂ ਦੇ ਹਿਰਦੇ ਘਰ ਵਿੱਚ, ਉਹ ਵੀ ਅਟੱਲ ਭਾਵ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਸਤ ਨਿਰਤ ਬੁੱਝੇ ਜੇ ਕੋਈ, ਨਾਮ ਜਪਤ ਤਾਂ ਕੀ ਗਤ ਹੋਏ। ਜੇ ਕਿਸੇ ਮਨੁੱਖ ਨੂੰ ਸਦਾ ਸਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਦੀ ਸੂਝ ਆ ਜਾਏ ਤਾਂ ਮਹਾਰਾਜ ਕਹਿੰਦੇ ਤਾਂ ਨਾਮ ਜਪ ਕੇ ਉਹ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ। ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤਗਤ। ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਉਸ ਦਾ ਪੈਦਾ ਕੀਤਾ ਹੋਇਆ ਜਗਤ ਵੀ ਸੱਚਮੁੱਚ ਹੋਂਦ ਵਾਲਾ ਹੈ। ਭਾਵ ਮਿਥਿਆ ਨਹੀਂ, ਸੱਚਮੁੱਚ ਹੋਂਦ ਵਾਲਾ। ਆਪੇ ਜਾਣੇ ਆਪਣੀ ਮਿਤਗਤ। ਪ੍ਰਭੂ ਆਪਣੀ ਅਵਸਥਾ ਤੇ ਮਰਜ਼ਾਦਾ ਆਪ ਜਾਣਦਾ ਹੈ। ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ, ਅਵਰ ਨ ਬੂਝ ਕਰਤ ਵਿਚਾਰ। ਮਹਾਰਾਜ ਸਮਝਾਉਂਦੇ ਨੇ, ਜਿਸ ਪ੍ਰਭੂ ਦਾ ਇਹ ਜਗਤ ਹੈ ਉਹ ਆਪ ਇਸ ਨੂੰ ਬਣਾਉਣ ਵਾਲਾ ਹੈ। ਕਿਸੇ ਹੋਰ ਨੂੰ ਇਸ ਜਗਤ ਦਾ ਖਿਆਲ ਰੱਖਣ ਵਾਲਾ ਵੀ ਨਾ ਸਮਝੋ ਵੀ ਕਿ ਜਗਤ ਦਾ ਕੋਈ ਹੋਰ ਖਿਆਲ ਰੱਖਦਾ। ਭਾਵ ਜਿਵੇਂ ਕਿ ਆਮ ਪ੍ਰਚਲਿਤ ਗੱਲ ਆ, ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਹੀ ਉਸ ਨੂੰ ਮਿੱਠੇ ਢੰਗ ਨਾਲ ਆਪਾਂ ਨੂੰ ਸਮਝਾਤਾ ਸੀ ਵੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਵੀ ਆਪਾਂ ਆਮ ਦੁਨੀਆ ਜ਼ਿਆਦਾ ਮੰਨਦੀ ਆ ਬਈ ਸ਼ਿਵ ਜੀ ਮੌਤ ਦੇਣ ਵਾਲਾ ਜੀ, ਵਿਸ਼ਨੂੰ ਦੇਖਭਾਲ ਕਰਨ ਵਾਲਾ, ਬ੍ਰਹਮਾ ਜੀ ਪੈਦਾ ਕਰਨ ਵਾਲੇ ਨੇ। ਉਹ ਤਿੰਨ ਗਿਣਤੇ ਤਿੰਨਾਂ ਦੀ ਮਤਲਬ ਤਿੰਨਾਂ ਨੂੰ ਮੰਨਦੇ ਆ, ਬਹੁਤ ਸਾਰਾ ਹਿੱਸਾ ਸੰਸਾਰ ਦਾ। ਪਰ ਮਹਾਰਾਜ ਨੇ ਇੱਥੇ ਇਹੀ ਗੱਲ ਦੱਸੀ ਆ, ਸਮਝਾਈ ਆ ਇੱਥੇ ਵੀ ਅਵਰ ਨਾ ਬੂਝ ਕਰਤ ਵਿਚਾਰ। ਕਿਸੇ ਹੋਰ ਨੂੰ ਇਸ ਜਗਤ ਦਾ ਖਿਆਲ ਰੱਖਣ ਵਾਲਾ ਵੀ ਨਾ ਸਮਝੋ। ਮਹਾਰਾਜ ਕਹਿੰਦੇ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਜਿਹਦੇ ਹੁਕਮ ਅੰਦਰ ਆਪਾਂ ਪਹਿਲੀਆਂ ਪੰਕਤੀਆਂ ਪੜ੍ਹੀਆਂ ਵਾ, ਨਾਮ ਕੇ ਧਾਰੇ ਸਗਲੇ ਜੰਤ। ਵੀ ਸਾਰੇ ਜੀਵ ਜੰਤੂ ਪ੍ਰਭੂ ਪਰਮਾਤਮਾ ਦੀ ਨਾਮ ਕਰਕੇ ਹੈ, ਪ੍ਰਭੂ ਪਰਮਾਤਮਾ ਦਾ ਨਾਮ ਕਰਕੇ ਹੈ, ਉਸ ਦੀ ਹੀ ਹੋਂਦ ਹੈ। ਉਹੀ ਸਾਂਭ ਸੰਭਾਲ ਕਰਨ ਵਾਲਾ ਅਤੇ ਉਹੀ ਆਪਣੀ ਕੁਦਰਤ ਨੂੰ ਕਿਉਂਟਣ ਵਾਲਾ। ਇੱਥੇ ਪੰਕਤੀ 'ਚ ਵੀ ਮਹਾਰਾਜ ਦੱਸਦੇ ਨੇ ਅਵਰ ਨਾ ਬੂਝ ਕਰਤ ਵਿਚਾਰ। ਮਹਾਰਾਜ ਕਹਿੰਦੇ ਕਿਸੇ ਹੋਰ ਨੂੰ ਇਸ ਜਗਤ ਦਾ ਖਿਆਲ ਰੱਖਣ ਵਾਲਾ ਵੀ ਨਾ ਸਮਝੋ, ਵਿਚਾਰ ਕਰੋ, ਗੁਰੂ ਤੋਂ ਗੱਲ ਸੁਣੋ, ਗੁਰੂ ਕੀ ਕਹਿੰਦੇ ਨੇ।
ਮਹਾਰਾਜ ਕਹਿੰਦੇ ਫੇਰ ਅਗਲੇ ਬੰਦ 'ਚ ਦੱਸਦੇ ਨੇ, ਕਰਤੇ ਕੀ ਮਿੱਤ ਨਾ ਜਾਣੇ ਕੀਆ, ਨਾਨਕ ਜੋ ਤਿਸ ਭਾਵੇ ਸੋ ਵਰਤੀਆ। ਮਹਾਰਾਜ ਕਹਿੰਦੇ ਕਰਤਾਰ ਦੀ ਬਜ਼ੁਰਗੀ ਦਾ ਅੰਦਾਜ਼ਾ ਉਸ ਦਾ ਪੈਦਾ ਕੀਤਾ ਬੰਦਾ ਨਹੀਂ ਲਾ ਸਕਦਾ। ਉਸ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਨੂੰ ਸਮਝਣ ਵਾਸਤੇ ਮਨੁੱਖ ਦੇ ਵੱਸ ਵਿੱਚ ਕੋਈ ਵੀ ਐਸਾ ਸਿਧਾਂਤ ਜਾਂ ਖਿਆਲ ਨਹੀਂ ਹੈ। ਅਸੀਂ ਗੁਰਬਾਣੀ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾ ਸਕਦੇ ਹਾਂ ਅਤੇ ਸੁਣ ਸਕਦੇ ਹਾਂ ਆਪਾਂ। ਮਹਾਰਾਜ ਕਹਿੰਦੇ ਉਸ ਕਰਤੇ ਕੀ ਮਿੱਤ ਨਾ ਜਾਣੇ ਕੀਆ, ਕਰਤਾਰ ਦੀ ਬਜ਼ੁਰਗੀ ਦਾ ਅੰਦਾਜ਼ਾ ਉਸ ਦਾ ਪੈਦਾ ਕੀਤਾ ਬੰਦਾ ਨਹੀਂ ਲਾ ਸਕਦਾ। ਮਹਾਰਾਜ ਕਹਿੰਦੇ ਵੀ ਜਿਹੜਾ ਮਨੁੱਖੇ ਜਨਮ ਵਿੱਚ ਆ ਗਿਆ, ਚਾਹੇ ਉਹ ਕਿੱਡਾ ਵੀ ਵਿਦਵਾਨ ਆ, ਕਿੱਡਾ ਵੀ ਬ੍ਰਹਮ ਗਿਆਨੀ ਆ, ਉਹਦੀ ਮਹਾਰਾਜ ਕਹਿੰਦੇ ਉਹਦੀ ਬਜ਼ੁਰਗੀ ਦਾ, ਉਹਦੀ ਕੁਦਰਤ ਦਾ ਪਸਾਰੇ ਦਾ ਪਤਾ ਨਹੀਂ ਲਗਾ ਸਕਦਾ। ਉਹਦੇ ਕੀਤੇ ਦਾ ਬੰਦਾ ਨਹੀਂ, ਉਹਦਾ ਪੈਦਾ ਕੀਤਾ ਬੰਦਾ ਨਹੀਂ ਉਹਦਾ ਅੰਦਾਜ਼ਾ ਲਾ ਸਕਦਾ ਵੀ ਇੰਨਾ ਕਾ ਨਹੀਂ, ਉਹ ਬੇਅੰਤ ਹੈ। ਨਾਨਕ ਜੋ ਤਿਸ ਭਾਵੇ ਸੋ ਵਰਤੀਆ। ਮਹਾਰਾਜ ਕਹਿੰਦੇ, ਗੁਰੂ ਨਾਨਕ ਸਾਹਿਬ ਕਹਿੰਦੇ ਉਹੀ ਕੁਝ ਵਰਤਦਾ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਹੈ। ਭਾਉਂਦੇ ਦਾ ਮਤਲਬ ਜੋ ਪ੍ਰਭੂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਕੁਦਰਤ ਦੇ ਵਿੱਚ ਵਰਤਦਾ ਹੈ। ਕਿਤੇ ਭੁਚਾਲ ਆ ਗਿਆ, ਕਿਤੇ ਤੂਫਾਨ ਆ ਗਿਆ, ਕਿਤੇ ਹੜ੍ਹ ਆ ਗਏ, ਕਿਤੇ ਕੁਛ, ਉਹ ਪ੍ਰਭੂ ਪਰਮਾਤਮਾ ਦਾ ਹੀ ਕੀਤਾ ਹੋਇਆ ਵਰਤ ਰਿਹਾ ਹੈ। ਅਗਲੇ ਬੰਦ 'ਚ ਮਹਾਰਾਜ ਦੱਸਦੇ ਨੇ, ਇਹ ਪਾਵਨ ਪਵਿੱਤਰ ਅੰਗ 285 ਤੇ ਸੁਭਾਈਮਾਨ ਆ ਜੀ ਸ਼ਬਦ। 7-8 ਮਿੰਟ ਆਪਾਂ ਗੱਲ ਕਰਾਂਗੇ, 7-8 ਮਿੰਟ ਬਸ ਬਹਿ ਜਾਓ ਟਿਕਾਣ। ਮਹਾਰਾਜ ਕਹਿੰਦੇ ਬਿਸਮਨ ਬਿਸਮ ਭਏ ਬਿਸਮਾਦ। ਜਿਸ ਜਿਸ ਮਨੁੱਖ ਨੇ ਪ੍ਰਭੂ ਦੀ ਬਜ਼ੁਰਗੀ ਨੂੰ ਸਮਝਿਆ ਹੈ ਉਸ ਨੂੰ ਆਨੰਦ ਆਇਆ ਹੈ। ਜਿਹਨੇ ਗੁਰੂ ਦੀ ਗੁਰਬਾਣੀ ਨਾਲ ਜੁੜ ਕੇ ਉਸ ਪ੍ਰਭੂ ਪਰਮਾਤਮਾ ਦੇ ਕੀਤੇ ਹੋਏ ਨੂੰ ਕੁਛ ਸਮਝ ਆ ਗਈ, ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਉਸ ਨੂੰ ਆਨੰਦ ਆਇਆ ਹੈ। ਉਹਦੀ ਜ਼ਿੰਦਗੀ ਆਨੰਦਮਈ ਹੈ, ਫਿਕਰਾਂ ਝੋਰਿਆਂ ਵਿੱਚ ਨਹੀਂ ਹੈ, ਚਿੰਤਾਵਾਂ ਵਿੱਚ ਨਹੀਂ ਹੈ, ਕਿਉਂਕਿ ਉਹਨੂੰ ਸਮਝ ਆ ਗਈ ਗੁਰੂ ਦੀ ਬਾਣੀ ਤੋਂ। ਉਹਦਾ ਜੀਵਨ ਸੌਖਾ ਹੋ ਗਿਆ। ਚਿੰਤਾ ਤਾਂ ਕੀ ਕੀਜੀਏ ਜੇ ਅਨਹੋਣੀ ਹੋਏ। ਉਹ ਗੁਰਮੁਖ ਪਿਆਰਿਆਂ ਨੂੰ ਇਹ ਵਿਸ਼ਵਾਸ ਬਣ ਜਾਂਦਾ ਵੀ ਚਿੰਤਾ ਕਾਹਦੀ ਕਰਨੀ ਆ। ਗੁਰਬਾਣੀ 'ਚ ਪੰਗਤੀ ਆ ਜੀ ਇਹ, ਵੀ ਚਿੰਤਾ ਕਾਹਦੀ ਕਰਨੀ ਆ, ਜੋ ਹੋਣਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਰਜਾ ਵਿੱਚ ਹੀ ਹੋਣਾ ਹੈ। ਲਿਖਿਆ ਮਹਾਰਾਜ ਨੇ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ। ਮਹਾਰਾਜ ਕਹਿੰਦੇ ਜਿਹਨੂੰ ਸਮਝ ਆ ਗਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਤੱਕ ਕੇ ਉਹ ਬੜੇ ਹੈਰਾਨ ਤੇ ਅਚਰਜ ਹੁੰਦੇ ਹਨ। ਜਿਨ ਬੂਝਿਆ ਤਿਨ ਆਇਆ ਸਵਾਦ। ਉਹਨੂੰ ਜ਼ਿੰਦਗੀ ਜੀਣ ਦਾ ਆਨੰਦ ਆ ਗਿਆ। ਫਿਰ ਉਹ 7 ਸਾਲ ਤੇ ਚਾਹੇ 9 ਸਾਲ ਦੀ ਉਮਰ ਹੈ, ਜ਼ਿੰਦਗੀ ਜੀਣ ਦਾ ਆਨੰਦ ਲੈ ਲਿਆ ਉਹਨਾਂ ਨੇ। ਵੀ ਉਹਦੇ ਲੇਖੇ ਵਿੱਚ ਲੱਗਣਾ, ਨੀਹਾਂ ਵਿੱਚ ਘੜਿਆ ਲਿਆ, ਚਰਖੜੀਆਂ ਤੇ ਚਾੜ ਲਿਆ, ਬੰਦ ਕੱਟਤਾ, ਖੋਪਰ ਤੋੜ ਤੇ। ਆਪਣਾ ਇਤਿਹਾਸ ਦੇਖੋ ਤੁਸੀਂ, ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ, ਉਸ ਬਜ਼ੁਰਗੀ ਦੀ ਸਮਝ ਆ ਗਈ ਅਕਾਲ ਪੁਰਖ ਵਾਹਿਗੁਰੂ ਦੀ। ਉਹਨਾਂ ਨੇ ਬੁੱਝ ਲਿਆ, ਹੁਕਮ ਨੂੰ ਬੁੱਝ ਲਿਆ। ਅੱਗੇ ਮਹਾਰਾਜ ਕਹਿੰਦੇ ਨੇ, ਪ੍ਰਭ ਕੇ ਰੰਗ ਰਾਚ ਜਨ ਰਹੇ, ਗੁਰ ਕੇ ਬਚਨ ਪਦਾਰਥ ਲਹੇ। ਪ੍ਰਭੂ ਦੇ ਦਾਸ ਪ੍ਰਭੂ ਦੇ ਪਿਆਰ ਵਿੱਚ ਮਸਤ ਰਹਿੰਦੇ ਹਨ। ਗੁਰ ਕੇ ਬਚਨ ਪਦਾਰਥ ਲਹੇ, ਤੇ ਸਤਿਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਨਾਮ ਪਦਾਰਥ ਹਾਸਲ ਕਰ ਲੈਂਦੇ ਹਨ। ਫਿਰ ਮਹਾਰਾਜ ਕਹਿੰਦੇ, ਓਏ ਦਾਤੇ ਦੁੱਖ ਕਾਟਣ ਹਾਰ, ਜਾ ਕੇ ਸੰਗ ਤਰੇ ਸੰਸਾਰ। ਮਹਾਰਾਜ ਕਹਿੰਦੇ ਉਹ ਸੇਵਕ ਖੁਦ ਨਾਮ ਦੀ ਦਾਤ ਵੰਡਦੇ ਹਨ ਤੇ ਜੀਵਾਂ ਦੇ ਦੁੱਖ ਕੱਟਦੇ ਹਨ। ਫਿਰ ਰੱਬ ਦੇ ਪਿਆਰੇ ਇਸ ਤਾਕਤ ਦੇ ਮਾਲਕ ਹੋ ਜਾਂਦੇ ਨੇ, ਰੱਬ ਦੇ ਪੀਏ ਬਣ ਜਾਂਦੇ ਨੇ, ਫਿਰ ਰੱਬ ਦੇ ਵਜ਼ੀਰ ਬਣ ਜਾਂਦੇ ਨੇ।
ਕਿਉਂਕਿ ਰੱਬ ਦਾ ਵਜ਼ੀਰ ਦਾ ਫਿਰ ਜਿਵੇਂ ਹੁਣ ਆਪਾਂ ਜੇ ਬਾਹਰੀ ਧਾਰ ਨਾਲ ਲੱਜੀਏ, ਹੁਣ ਰਾਜੇ ਦੇ ਵਜ਼ੀਰ ਦੀ ਚੱਲ ਜਾਂਦੀ ਹੈ ਨਾ, ਵੀ ਜੋ ਉਹਨੇ ਵਜ਼ੀਰ ਨੇ ਉਹਦੇ ਨੇ ਕਹਿ ਤਾ ਉਹੀ ਰਾਜੇ ਨੂੰ ਮੰਨਣੀ ਪੈ ਜਾਂਦੀ ਹੈ। ਫਿਰ ਰੱਬ ਦੇ ਪਿਆਰੇ ਉਹਦੇ ਵਜ਼ੀਰ ਕੌਣ ਨੇ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਆਪਾਂ ਬਾਣੀ ਹੁਣ ਪੜ੍ਹ ਸੁਣ ਰਹੇ ਹਾਂ। ਅਸੀਂ ਫਿਰ ਜਦੋਂ ਇਹਨਾਂ ਦੇ ਸਿਧਾਂਤ 'ਤੇ ਚੱਲਾਂਗੇ ਤਾਂ ਇਹ ਫਿਰ ਰੱਬ ਦੇ ਵਜ਼ੀਰਾਂ ਦੀ ਜਦੋਂ ਅਸੀਂ ਗੱਲ ਮੰਨਣੀ ਸ਼ੁਰੂ ਕਰ ਲਈ, ਫਿਰ ਇਹ ਸਾਡਾ ਛੁਟਕਾਰਾ ਕਰਾ ਦੇਣਗੇ। ਉੱਧਰ ਪਟੀਸ਼ਨ ਪਾ ਕੇ ਅਕਾਲ ਪੁਰਖ ਵਾਹਿਗੁਰੂ ਅੱਗੇ ਸਾਡੀ ਸਿਫਾਰਿਸ਼ ਕਰ ਦੇਣਗੇ, ਸਾਨੂੰ 84 ਦੇ ਗੇੜ 'ਚੋਂ ਬਚਾ ਲੈਣਗੇ। ਸਿੱਧੀ ਜੀ ਗੱਲ ਸਮਝ ਲੈਂਦੇ ਆਪਾਂ। ਮਹਾਰਾਜ ਕਹਿੰਦੇ ਫਿਰ ਉਹ ਦਾਤੇ ਬਣ ਜਾਂਦੇ ਨੇ, ਦੁੱਖ ਕਾਟਣਹਾਰ। ਫਿਰ ਉਹ ਦਾਤੇ ਸਾਡੇ ਕੋਲੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ, ਗੁਰਤਾ ਗੱਦੀ 'ਤੇ ਸੁਭਾਏਮਾਨ, ਸਾਡੇ ਦੁੱਖ ਕੱਟਣ ਵਾਲੇ। ਮਹਾਰਾਜ ਕਹਿੰਦੇ ਓਏ ਦਾਤੇ ਦੁੱਖ ਕਾਟਣਹਾਰ, ਜਾ ਕੇ ਸੰਗ ਤਰੇ ਸੰਸਾਰ। ਮਹਾਰਾਜ ਕਹਿੰਦੇ ਉਹ ਰੱਬ ਦੇ ਪਿਆਰੇ ਫਿਰ ਦੁੱਖ ਕੱਟਣ ਵਾਲੇ ਬਣ ਜਾਂਦੇ ਨੇ। ਉਹਨਾਂ ਦੀ ਸੰਗਤ ਨਾਲ ਜਗਤ ਦੇ ਜੀਵ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਸੰਸਾਰ ਦਾ ਸਮੁੰਦਰ ਕਿਹੜਾ ਹੈ? ਰਹੁ ਰੀਤੀਆਂ ਰਿਵਾਜ, ਮੋਹ ਮਾਇਆ ਜਾਲ, ਇਹਦੇ ਵਿੱਚ ਮਨੁੱਖ ਫਸਿਆ ਪਿਆ। ਪ੍ਰਭੂ ਪਰਮਾਤਮਾ ਦੇ ਨਾਮ ਦੀ ਯਾਦ ਨਹੀਂ ਆਉਂਦੀ, ਇਹਨਾਂ ਝਮੇਲਿਆਂ ਵਿੱਚ ਹੀ ਫਸਿਆ, ਇਸਤਰੀ ਆ ਚਾਹੇ ਪੁਰਸ਼ ਆ। ਫਿਰ ਉਹ ਜਦੋਂ ਆਪਣੇ ਕੋਲੇ ਗੁਰੂ ਦਾ ਗਿਆਨ ਆਏਗਾ, ਗੁਰਬਾਣੀ ਆਪਾਂ ਪੜ੍ਹਾਂ ਸੁਣਾਂਗੇ, ਫਿਰ ਸਾਡੇ ਇਹ ਬੰਧਨ ਕੱਟ ਦੇਗਾ, ਸਾਡਾ ਜੀਵਨ ਸੌਖਾ ਹੋ ਜਾਏਗਾ। ਰਹਿਣਾ ਪਰਿਵਾਰ ਵਿੱਚ ਹੀ। ਆਪਾਂ ਬਹੁਤ ਵਾਰੀ ਗੱਲ ਕਰੀ ਆ ਵੀ ਜਿਵੇਂ ਕਮਲ ਦਾ ਫੁੱਲ ਚਿੱਕੜ 'ਚ ਹੀ ਰਹਿੰਦਾ, ਅਤੇ ਆਪਣੀਆਂ ਪੰਖੜੀਆਂ ਨੂੰ ਉਹ ਚਿੱਕੜ ਨਹੀਂ ਲੱਗਣ ਦਿੰਦਾ। ਕਮਲ ਦਾ ਫੁੱਲ ਜਿੰਨਾ ਮਰਜ਼ੀ ਪਾਣੀ ਵਧੀ ਜਾਵੇ, ਉਹ ਹੋਰ ਤਾਂ ਹੋਈ ਜਾਂਦਾ। ਇਸੇ ਤਰ੍ਹਾਂ ਹੀ ਗੁਰਮੁਖ ਪਿਆਰਾ, ਗੁਰੂ ਦਾ ਸਿੱਖ ਭੈਣ ਆ ਚਾਹੇ ਭਾਈ ਆ, ਰਹਿਣਾ ਸੰਸਾਰ ਦੇ ਵਿੱਚ ਹੀ ਆ। ਸੰਸਾਰ ਵਾਲੀਆਂ ਰਹੁ ਰੀਤੀਆਂ ਤੋਂ ਉੱਪਰ ਉੱਠ ਕੇ ਰਹਿਣਾ। ਉੱਪਰ ਉੱਠ ਕੇ ਮਤਲਬ ਵੀ ਗੁਰੂ ਦੇ ਸਿਧਾਂਤ ਮੁਤਾਬਕ ਆਪਣਾ ਜੀਵਨ ਬਸਰ ਕਰਨਾ। ਮਹਾਰਾਜ ਕਹਿੰਦੇ ਫਿਰ ਇਹ ਤਰਨਾ ਹੋ ਗਿਆ ਜੀ, ਸੰਸਾਰ ਸਾਗਰ ਤੋਂ ਤਰ ਗਿਆ ਇਨਸਾਨ। ਅਗਲੇ ਬੰਦ 'ਚ ਮਹਾਰਾਜ ਦੱਸਦੇ ਨੇ, ਜਨ ਕਾ ਸੇਵਕ ਸੋ ਵੱਡ ਭਾਗੀ, ਜਨ ਕੇ ਸੰਗ ਏਕ ਲਿਵ ਲਾਗੀ। ਮਹਾਰਾਜ ਕਹਿੰਦੇ ਜਿਹੋ ਜਿਹੇ ਸੇਵਕਾਂ ਦਾ ਜੋ ਸੇਵਕ ਬਣਦਾ ਹੈ, ਉਹ ਵੱਡੇ ਭਾਗਾਂ ਵਾਲਾ ਹੁੰਦਾ ਹੈ। ਹੁਣ ਰੱਬ ਦੇ ਸੇਵਕ ਕੌਣ? ਅਕਾਲ ਪੁਰਖ ਵਾਹਿਗੁਰੂ ਦੇ ਸੇਵਕ ਆਪਣੇ ਗੁਰੂ ਸਾਹਿਬਾਨ, ਭਗਤ ਪਿਆਰੇ, ਬੰਦਗੀ ਵਾਲੇ। ਮਹਾਰਾਜ ਕਹਿੰਦੇ ਜਨ ਕਾ ਸੇਵਕ ਸੋ ਵੱਡ ਭਾਗੀ, ਜਿਹੋ ਜਿਹੇ ਸੇਵਕਾਂ ਦਾ ਉਹ ਸੇਵਕ ਬਣਦਾ ਹੈ, ਉਹ ਵੱਡੇ ਭਾਗਾਂ ਵਾਲਾ ਬਣ ਜਾਂਦਾ, ਵੱਡੇ ਭਾਗਾਂ ਵਾਲਾ ਹੁੰਦਾ। ਮਹਾਰਾਜ ਕਹਿੰਦੇ ਜਨ ਕੇ ਸੰਗ ਏਕ ਲਿਵ ਲਾਗੀ, ਉਹਨਾਂ ਦੀ ਸੰਗਤ ਵਿੱਚ ਰਿਹਾ ਇੱਕ ਅਕਾਲ ਪੁਰਖ ਨਾਲ ਸੁਰਤ ਜੁੜਦੀ ਹੈ। ਕਿਹਨਾਂ ਦੀ ਸੰਗਤ ਵਿੱਚ? ਹੁਣ ਆਪਾਂ ਗੁਰੂ ਸਾਹਿਬ ਦੀ ਸੰਗਤ ਕਰ ਰਹੇ ਹਾਂ, 35 ਮਹਾਂਪੁਰਖਾਂ ਦੀ ਸੰਗਤ ਕਰ ਰਹੇ ਹਾਂ। ਆਪਾਂ ਇਹ ਕਹਿ ਲਓ 35 ਮਹਾਂਪੁਰਖਾਂ ਦੀ ਗੁਰਬਾਣੀ ਦਰਜ ਆ, ਆਪਾਂ 35 ਮਹਾਂਪੁਰਖਾਂ ਦੀ ਸੰਗਤ ਕਰ ਰਹੇ ਹਾਂ ਇਸ ਟਾਈਮ। ਮਹਾਰਾਜ ਕਹਿੰਦੇ ਜਨ ਕੇ ਸੰਗ ਏਕ ਲਿਵ ਲਾਗੀ, ਉਹਨਾਂ ਦੀ ਸੰਗਤ ਵਿੱਚ ਰਿਹਾ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਸੁਰਤ ਜੁੜਦੀ ਹੈ। ਅਗਲੇ ਬੰਦ 'ਚ ਮਹਾਰਾਜ ਦੱਸਦੇ ਨੇ, ਗੁਣ ਗੋਬਿੰਦ ਕੀਰਤਨ ਜਨ ਗਾਵੇ। ਹੁਣ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਗਾ ਤੇ ਸੁਣਨਾ, ਗਾਉਣਾ ਤੇ ਸੁਣਨਾ ਇੱਕ ਬਰਾਬਰ ਆ ਜੀ, ਕਿਉਂਕਿ ਬੋਲ ਕੇ ਜੀਭ ਨਾਲ, ਕੰਨਾਂ ਨਾਲ ਹੀ ਸੁਣਨਾ ਹੁੰਦਾ। ਗੁਰੂ ਦੀ ਕਿਰਪਾ ਸਦਕਾ ਆਪਾਂ ਹੁਣ ਉਹਨਾਂ ਦੀ ਸੰਗਤ ਕਰ ਰਹੇ ਹਾਂ, ਉਹਨਾਂ ਦੇ ਬਚਨ ਪੜ੍ਹ ਤੇ ਸੁਣ ਰਹੇ ਹਾਂ। ਮਹਾਰਾਜ ਕਹਿੰਦੇ ਗੁਣ ਗੋਬਿੰਦ ਕੀਰਤਨ ਜਨ ਗਾਵੇ, ਗੁਰ ਪ੍ਰਸਾਦ ਨਾਨਕ ਫਲ ਪਾਵੇ। ਮਹਾਰਾਜ ਕਹਿੰਦੇ ਪ੍ਰਭੂ ਦਾ ਸੇਵਕ ਪ੍ਰਭੂ ਦੇ ਗੁਣ ਗਾਉਂਦਾ ਹੈ ਅਤੇ ਸਿਫਤ ਸਲਾਹ ਕਰਦਾ ਹੈ। ਅਤੇ ਲਾਸਟ ਵਾਲੀ ਪੰਕਤੀ 'ਚ ਮਹਾਰਾਜ ਦੱਸਦੇ ਨੇ, ਹੇ ਨਾਨਕ ਸਤਿਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਦਾ ਨਾਮ ਰੂਪੀ ਫਲ ਪਾ ਲੈਂਦਾ ਹੈ। ਗੁਰੂ ਦੀ ਸੰਗਤ ਵਿੱਚ ਆਇਆ, ਇਹ ਸੱਚੀ ਸੰਗਤ ਆ ਜੀ, ਸੱਚਾ ਤੀਰਥ ਨਹਾਉਣਾ। ਇਹ ਸੱਚੀ ਸੰਗਤ ਆ, ਗੁਰੂ ਦੇ ਬਚਨ ਸੁਣਨਾ ਸੁਣਾਉਣਾ ਇੱਕ ਬਰਾਬਰ ਹੈ। ਅਤੇ ਇਹ ਇੱਕ ਬਚਨ ਹੀ ਮੰਨਣਾ ਹੁੰਦਾ। ਆਪਾਂ ਜਿਹੜੇ ਬਚਨ ਮਤਲਬ ਜਿਹੜੇ ਮੰਨਣ ਵਾਲੇ, ਹੁਣ ਭੂਮੀਏ ਨੇ 3 ਬਚਨ ਹੀ ਮੰਨਣੇ ਸੀ ਨਾ। ਆਪਾਂ ਭੂਮੀਏ ਵਾਲੀ ਸਾਖੀ ਕਈ ਵਾਰੀ ਪੜ੍ਹੀ ਆ, ਇਹ ਫੇਰ ਵੀ ਕੱਲ੍ਹ ਨੂੰ ਵੀ ਆਪਾਂ ਕਰ ਲਾਂਗੇ। ਅੱਜ ਆਪਾਂ ਇੱਥੇ ਸਮਾਪਤੀ ਕਰਦੇ ਹਾਂ, ਅਗਲਾ ਸ਼ਬਦ ਕੱਲ੍ਹ ਨੂੰ ਵਿਚਾਰਾਂਗੇ।